नानक चिंता मत करो, चिंता तिसे ही है। नानक चिंता मत करो, चिंता तिसे ही है। चिंता तिस ही है, चिंता तिस ही है। साखी आप गवाइए ता सहो पाइए। भाग तीजा। साहिब श्री गुरु गोबिंद साहिब जी महाराज ने जदों आनंदपुर साहिब तो आनंदगढ़ दा किला छड्डना सी ਤਾਂ ਉਸ ਵਕਤ ਇਤਿਹਾਸ ਦੱਸਦਾ ਹੈ ਲਗਭਗ 17 ਕਰੋੜ ਦਾ ਖਜ਼ਾਨਾ ਸੀ ਜਿਹੜਾ ਮਹਾਰਾਜ ਜੀ ਨੇ ਸਤਲੁਜ ਦਰਿਆ ਵਿੱਚ ਵਹਾ ਦੇਣ ਦਾ ਹੁਕਮ ਕੀਤਾ ਸੀ। ਕੁਝ ਸਿੰਘਾਂ ਨੇ ਜਾ ਕੇ ਮਾਤਾ ਗੁਜਰੀ ਜੀ ਕੋਲ ਸ਼ਿਕਾਇਤ ਕੀਤੀ ਕਿ ਗੁਰੂ ਜੀ 17 ਕਰੋੜ ਦਾ ਖਜ਼ਾਨਾ ਸਤਲੁਜ ਦਰਿਆ ਵਿੱਚ ਵਹਾਉਣ ਨੂੰ ਕਹਿ ਰਹੇ ਹਨ। ਉਹਨਾਂ ਨੂੰ ਜਾ ਕੇ ਰੋਕੋ ਤੇ ਕਹੋ ਇਹ ਖਜ਼ਾਨਾ ਗਰੀਬ ਸਿੱਖਾਂ ਵਿੱਚ ਵੰਡ ਦੇਣ। ਤਾਂ ਮਾਤਾ ਸ੍ਰੀ ਗੁਜਰੀ ਜੀ ਨੇ ਦਸ਼ਮੇਸ਼ ਜੀ ਨੂੰ ਕਿਹਾ ਇਹ ਖਜ਼ਾਨਾ ਇਹਨਾਂ ਗਰੀਬ ਸਿੱਖਾਂ ਵਿੱਚ ਵੰਡ ਦੇਵੋ। ਤਾਂ ਦਸ਼ਮੇਸ਼ ਜੀ ਨੇ ਕਿਹਾ ਮਾਤਾ ਜੀ ਜੇ ਮੈਂ ਤੁਹਾਨੂੰ ਕਹਾਂ ਕਿ ਮੈਨੂੰ ਜ਼ਹਿਰ ਦੇ ਦੇਵੋ ਤੁਸੀਂ ਮੈਨੂੰ ਜ਼ਹਿਰ ਦੇ ਦੇਵੋਗੇ? ਨਹੀਂ, ਤੁਸੀਂ ਮੈਨੂੰ ਜ਼ਹਿਰ ਨਹੀਂ ਦੇ ਸਕਦੇ। ਮਾਤਾ ਜੀ ਇਹ ਖਜ਼ਾਨਾ ਸੰਗਤਾਂ ਵੱਲੋਂ ਅਰਪਣ ਕੀਤਾ। ਪੂਜਾ ਦਾ ਧਨ ਹੈ, ਇਹ ਜ਼ਹਿਰ ਹੈ। ਇਹ ਸਿੱਖ ਸੰਗਤ ਮੇਰੇ ਧੀਆਂ ਪੁੱਤਰ ਹਨ। ਅਸੀਂ ਆਪਣੇ ਹੱਥੀਂ ਆਪਣੇ ਧੀਆਂ ਪੁੱਤਰਾਂ ਨੂੰ ਜ਼ਹਿਰ ਨਹੀਂ ਦੇ ਸਕਦੇ। ਇਸ ਕਰਕੇ ਇਸ ਖਜ਼ਾਨੇ ਨੂੰ ਸਤਲੁਜ ਦਰਿਆ ਵਿੱਚ ਵਹਾ ਰਹੇ ਹਾਂ। ਫਿਰ ਜਦੋਂ ਅਸੀਂ ਨੇਹ ਕਲੰਕ ਰੂਪ ਧਾਰ ਕੇ ਪ੍ਰਗਟ ਹੋਵਾਂਗੇ ਫਿਰ ਇਹ ਖਜ਼ਾਨਾ ਅਸੀਂ ਕੱਢ ਲਵਾਂਗੇ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਕੋਲ 96 ਕਰੋੜ ਮੇਘਮਾਲਾ ਸੀ ਜੋ ਗੁਰੂ ਜੀ ਕੋਲ ਗੁਪਤ ਰੂਪ ਵਿੱਚ ਸੀ। ਹਰ ਵਕਤ ਮਹਾਰਾਜ ਜੀ ਦੇ ਨਾਲ ਨਾਲ ਚਲਦੀ ਸੀ। ਇਸ ਮੇਘਮਾਲਾ ਨੂੰ ਰਿਵਾਲਸਰ ਝੀਲ ਨੇੜੇ ਮੰਡੀ ਸਕੇਤ ਹਿਮਾਚਲ ਵਿੱਚ ਛੱਡ ਦਿੱਤਾ ਸੀ ਤੇ ਵਚਨ ਕਰੇ ਸੀ ਇਹ ਮੇਘਮਾਲਾ ਨੂੰ ਅਸੀਂ ਨੇਹ ਕਲੰਕ ਅਵਤਾਰ ਵਿੱਚ ਆ ਕੇ ਫਿਰ ਇਸ ਨੂੰ ਪ੍ਰਗਟ ਕਰਾਂਗੇ। ਸੋ ਸਾਧ ਸੰਗਤ ਜੀ ਬੇਨਤੀ ਹੈ ਕਿ ਝੂਠ ਤੇ ਪਾਪ ਦੀ ਕਮਾਈ ਨਾ ਕਰੋ। ਆਪਣੇ ਬੱਚਿਆਂ ਨੂੰ ਇਹ ਮਿੱਠਾ ਜ਼ਹਿਰ ਨਾ ਦਿਓ ਜੋ ਰੋਗਾਂ ਦਾ ਦੁੱਖਾਂ ਦਾ ਭਾਗੀ ਬਣਾ ਰਿਹਾ ਹੈ। ਨਾ ਹੀ ਇਹ ਕਮਾਈ ਕਰਦੇ ਹੋਏ ਪਰਮਾਤਮਾ ਦੇ ਨੇੜੇ ਜਾ ਸਕਦੇ ਹਾਂ। ਬੜੇ ਬੜੇ ਗ੍ਰੰਥ ਹੀ ਉਪਦੇਸ਼ ਕਰਦੇ ਹਨ ਪਰ ਅਸੀਂ ਆਪਣੇ ਕੀਤੇ ਇਹ ਮਾੜੇ ਕੰਮਾਂ ਕਰਕੇ ਮਾੜੇ ਹੀ ਫਲ ਭੋਗਦੇ ਹਾਂ। ਇਹ ਸਾਡੇ ਆਪਣੇ ਹੀ ਕੀਤੇ ਹੋਏ ਹਨ। ਦੋਸ਼ ਵੀ ਸਾਡਾ ਆਪਣਾ ਹੀ ਹੈ। ਇੰਨੀ ਮਿਹਨਤ ਤੇ ਰਾਮ ਨਾਮ ਦੀ ਕਮਾਈ ਅਸੀਂ ਨਹੀਂ ਕਰਦੇ ਜਿਸ ਕਰਕੇ ਇਹ ਕੀਤੇ ਕਰਮ ਕੱਟ ਜਾਣਗੇ। ਇਹ ਤਾਂ ਭੋਗਣੇ ਹੀ ਪੈਣੇ ਹਨ। ਇਸ ਦਾ ਕੋਈ ਇਲਾਜ ਨਹੀਂ ਹੈ। ਜੇ ਇਲਾਜ ਹੈ ਵੀ ਤਾਂ ਪੂਰਨ ਸਾਧੂ ਪੂਰਨ ਗੁਰੂ ਹੀ ਇਲਾਜ ਹੈ। ਉੱਥੇ ਤੱਕ ਇਹ ਮਾੜੇ ਕਰਮ ਸਾਨੂੰ ਪਹੁੰਚਣ ਨਹੀਂ ਦਿੰਦੇ। ਜੇ ਪਹੁੰਚ ਵੀ ਜਾਂਦੇ ਹਾਂ ਤਾਂ ਇਹ ਕੀਤੇ ਕਰਮ ਅੱਗੇ ਆ ਜਾਂਦੇ ਹਨ। ਅਸੀਂ ਉਹਨਾਂ ਦੇ ਉਪਦੇਸ਼ ਨੂੰ ਕਮਾ ਨਹੀਂ ਸਕਦੇ। ਅਸੀਂ ਚਾਹੁੰਦੇ ਹਾਂ ਰੱਬ ਆਪੇ ਕਿਰਪਾ ਕਰੇ ਸਾਡੇ ਪਾਪ ਕੱਟ ਦੇਵੇ ਅਸੀਂ ਮਾੜੇ ਕੰਮਾਂ ਨੂੰ ਕਰਦੇ ਰਹੀਏ। ਇਸ ਤਰ੍ਹਾਂ ਸਾਡਾ ਉਦਾਰ ਨਹੀਂ ਹੋਣਾ। ਉਦਾਰ ਹੋਵੇਗਾ ਜੇ ਨਾਮ ਜਪਾਂਗੇ, ਪਿਆਰ ਨਾਲ ਨਾਮ ਜਪਾਂਗੇ, ਦਰਸ਼ਨਾਂ ਦੀ ਅਭਿਲਾਸ਼ਾ ਰੱਖਾਂਗੇ। ਫਿਰ ਉਸ ਦੀ ਮਹਿਮਾ ਨੂੰ ਕੋਈ ਜਾਣ ਨਹੀਂ ਸਕਦਾ। ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਦਾਰੋ। ਜਿਸ ਦੇ ਹਿਰਦੇ ਵਿੱਚ ਦਰਸ਼ਨਾਂ ਦੀ ਤਲਬ ਹੋਵੇ ਉਸ ਦੀ ਮਹਿਮਾ ਗਿਣੀ ਨਹੀਂ ਜਾ ਸਕਦੀ।
ਐਸਿਆਂ ਪੁਰਖਾਂ ਦੀ ਸੰਗਤ ਕਰਨ ਵਾਲੇ ਜੀਵਾਂ ਦਾ ਵੀ ਉਦਾਰ ਹੋ ਜਾਂਦਾ ਹੈ। ਐਸੇ ਮਹਾਪੁਰਸ਼ ਨਾਮ ਦੇ ਰਸੀ ਐਵੇਂ ਨਹੀਂ ਬਣਦੇ, ਕਾਲਣਾ ਕਰਨੀ ਪੈਂਦੀ ਹੈ। ਸਖਤ ਮਿਹਨਤਾਂ ਕਰਨੀਆਂ ਪੈਂਦੀਆਂ ਹਨ ਤਾਂ ਆਪ ਤਰਦਾ ਹੈ ਤੇ ਦੂਜਿਆਂ ਨੂੰ ਤਾਰਦਾ ਹੈ। ਐਸੀ ਲਗਨ ਲੱਗ ਜਾਂਦੀ ਹੈ। ਬਾਬਾ ਜੀ ਦੱਸਿਆ ਕਰਦੇ ਸਨ, ਸਾਰਾ ਦਿਨ ਖੇਤੀ ਦਾ ਕੰਮ ਕਰਨਾ। ਸਵੇਰੇ 4 ਵਜੇ ਡੰਗਰਾਂ ਨੂੰ ਘਾਹ ਪਾ ਕੇ ਖੇਤੀ ਦਾ ਕੰਮ ਚੱਲਦਾ ਸੀ। ਕਦੇ-ਕਦੇ ਤਾਂ ਹੋਰ ਜ਼ਿਆਦਾ ਟਾਈਮ ਲੱਗ ਜਾਂਦਾ ਸੀ। ਫਿਰ ਰਾਤ ਨੂੰ ਸਾਰੀ ਰਾਤ ਕਦੇ ਬੈਠ ਕੇ ਕਦੇ ਖੜ੍ਹ ਕੇ ਭਜਨ ਕਰਨਾ। ਜਦੋਂ ਉਹਦੀ ਮਿਹਰ ਹੋ ਗਈ, ਸਮਾਧੀ ਲੱਗਣ ਲੱਗ ਗਈ, ਫਿਰ ਤਾਂ ਸਾਰੀ ਰਾਤ ਬੈਠਿਆਂ ਨੂੰ ਨਿਕਲ ਜਾਂਦੀ ਸੀ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਲਿਖਦੇ ਹਨ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬੈੰਦੇ। ਨਿਹੁਣ ਵਾਲੇ ਨੈਣਾ ਕੀ ਨੀਂਦਰ, ਦਿਨੇ ਰਾਤ ਪਏ ਵਹਿੰਦੇ। ਭਾਈ ਸਾਹਿਬ ਕਹਿੰਦੇ ਹਨ, ਜਿਨ੍ਹਾਂ ਨੂੰ ਉਹਦੀ ਯਾਦ ਦੀ ਖਿੱਚ ਪੈਣੀ ਸ਼ੁਰੂ ਹੋ ਗਈ, ਉਹ ਫਿਰ ਆਰਾਮ ਨਾਲ ਨਹੀਂ ਬੈੰਦੇ। ਦਿਨ ਰਾਤ ਮਾਲਕ ਦੀ ਯਾਦ ਵਿੱਚ ਗੁਜ਼ਾਰ ਦਿੰਦੇ ਹਨ। ਅਚਰਜ ਦੀ ਗੱਲ ਤਾਂ ਇਹ ਹੈ ਕਿ ਮਾਲਕ ਸਾਡੇ ਅੰਦਰ ਹੀ ਹੈ। ਅੰਦਰ ਵੀ ਬਾਹਰ ਵੀ ਹਰ ਵਕਤ ਅੰਗ ਸੰਗ ਹਰ ਇੱਕ ਵਿੱਚ ਰਹਿੰਦਾ ਹੈ। ਕਣ ਕਣ ਵਿੱਚ ਰਹਿੰਦਾ ਹੈ। ਅਚਰਜ ਨਹੀਂ ਤਾਂ ਹੋਰ ਕੀ ਹੈ? ਅਸੀਂ ਸਮਝਦੇ ਨਹੀਂ ਹਾਂ। ਫਿਰ ਉਹੀ ਜੰਗਲਾਂ, ਤੀਰਥਾਂ, ਸਮਾਧਾਂ, ਮਠਾਂ ਵਿੱਚੋਂ ਰੱਬ ਨੂੰ ਲੱਭਦੇ ਹਾਂ। ਕਬੀਰ ਸਾਹਿਬ ਜੀ ਕਹਿੰਦੇ ਹਨ, ਸਾਨੂੰ ਕਿਸੇ ਨੇ ਦੱਸਿਆ ਰੱਬ ਕਾਬੇ ਵਿੱਚ ਰਹਿੰਦਾ ਹੈ। ਕਬੀਰ ਜੀ ਕਹਿੰਦੇ, ਅਸੀਂ ਚੱਲ ਪਏ ਰੱਬ ਨੂੰ ਮਿਲਣ ਵਾਸਤੇ। ਰੱਬ ਜੀ ਰਸਤੇ ਵਿੱਚ ਹੀ ਮਿਲ ਗਏ। ਕਹਿੰਦੇ, ਕਬੀਰ ਜੀ ਕਿੱਥੇ ਚੱਲੇ ਹੋ? ਕਬੀਰ ਜੀ ਕਹਿੰਦੇ, ਤੁਹਾਨੂੰ ਮਿਲਣ ਕਾਬੇ ਚੱਲੇ ਹਾਂ। ਕਬੀਰ ਜੀ ਆਪਣੀ ਬਾਣੀ ਵਿੱਚ ਲਿਖਦੇ ਹਨ, ਸਾਈਂ ਜੀ ਰੱਬ ਜੀ ਮੇਰੇ ਨਾਲ ਲੜ ਪਏ। ਤੈਨੂੰ ਕਿਹਨੇ ਦੱਸਿਆ ਮੈਂ ਕਾਬੇ ਰਹਿੰਦਾ ਹਾਂ? ਮੰਦਰਾਂ, ਮਸਜਿਦਾਂ ਜਾਂ ਤੀਰਥਾਂ ਤੇ ਰਹਿੰਦਾ ਹਾਂ। ਮੈਂ ਤਾਂ ਤੇਰੇ ਵਿੱਚ ਤੇਰੇ ਨਾਲ ਰਹਿੰਦਾ ਹਾਂ। ਐਸੀ ਕੋਈ ਜਗ੍ਹਾ ਨਹੀਂ ਜਿੱਥੇ ਮੈਂ ਨਹੀਂ ਰਹਿੰਦਾ। ਲਿਖਦੇ ਹਨ, कबीर हज काबे हो जाए था, आगे मिलिया खुदाए। साईं मुझ से वो लड़ पड़िया, तुझे किन फरमाएगाए। भैणों भाइयों, समा बर्बाद ना करो। जिन्ना समा जाके रब नू पूजन विच लाउणा है, घर बैठ के रब नू ਧਿਆ ਲਓ। ਉਹ ਸਫਲ ਹੈ। ਬਾਬਾ ਜੀ ਸਾਨੂੰ ਦੱਸਿਆ ਕਰਦੇ ਸਨ, ਜਿੰਨਾ ਚਿਰ ਉਧਰ ਲਾਉਣਾ ਹੈ ਘਰ ਬੈਠ ਕੇ ਸੁਰਤ ਜੋੜ ਲਓ। ਉਹ ਸਫਲ ਹੈ। ਸਮੇਂ ਦਾ ਲਾਹਾ ਲਓ, ਸਮਾਂ ਬਰਬਾਦ ਨਾ ਕਰੋ। ਜਿਹੜੇ ਰਾਮ ਪਿਆਰੇ ਰੱਬ ਨਾਲ ਆਪਣੇ ਗੁਰੂ ਨੂੰ ਅੰਦਰੋਂ ਪਿਆਰ ਕਰਦੇ ਹਨ, ਰੱਬ ਉਹਨਾਂ ਦੇ ਨਾਲ ਹੀ ਹੁੰਦਾ ਹੈ। ਜਿਵੇਂ ਕਬੀਰ ਜੀ ਦਾ ਪ੍ਰਸੰਗ ਆਪਨੇ ਪੜਿਆ ਹੈ, ਪਰਮਾਤਮਾ ਆਪਣੇ ਪਿਆਰੇ ਨੂੰ ਗਲਤ ਰਾਹ ਨਹੀਂ ਜਾਣ ਦਿੰਦੇ। ਜਿਵੇਂ ਕਬੀਰ ਜੀ ਨੂੰ ਪ੍ਰਗਟ ਹੋ ਕੇ ਆਪਣੇ ਮਾਰਗ ਤੇ ਲਾਇਆ, ਇਸ ਤਰ੍ਹਾਂ ਇੱਕ ਹੋਰ ਪ੍ਰਸੰਗ ਆਪ ਸੰਗਤ ਨਾਲ ਸਾਂਝਾ ਕਰ ਲਈਏ। ਸ੍ਰੀ ਨਰਸੀ ਜੀ ਭਗਤ ਨੂੰ ਕੌਣ ਨਹੀਂ ਜਾਣਦਾ? ਉਸਨੇ ਰੱਬ ਨੂੰ ਧਿਆਇਆ। ਰੱਬ ਨੇ ਉਸ ਨੂੰ 54 ਘੰਟਾਂ ਵਿੱਚ ਪ੍ਰਗਟ ਕਰ ਦਿੱਤਾ। ਇਹ ਰੱਬ ਦੀ ਭਗਤੀ ਦੀ ਵਿਸ਼ੇਸ਼ਤਾ ਹੈ। ਜਿਸ ਨੇ ਵੀ ਸਭ ਨੂੰ ਛੱਡ ਕੇ ਰੱਬ ਨੂੰ ਧਿਆਇਆ, ਉਸ ਨੂੰ ਰੱਬ ਨੇ ਸਭਨਾਂ ਦਾ ਪਿਆਰਾ ਹੀ ਬਣਾ ਦਿੱਤਾ। ਸ੍ਰੀ ਨਰਸੀ ਭਗਤ ਜੀ ਰੱਬ ਦੀ ਭਗਤੀ ਕਰਿਆ ਕਰਦੇ ਸਨ, ਨਾਲੇ ਕੇਦਾਰਾ ਰਾਗ ਦਾ ਗਾਇਨ ਕਰਿਆ ਕਰਦੇ ਸੀ। ਕੇਦਾਰਾ ਰਾਗ ਨੂੰ ਗਾ ਕੇ ਮਸਤ ਹੋ ਜਾਂਦੇ ਸਨ। ਲੋਕ ਉਸ ਨੂੰ ਦੇਖ ਕੇ ਮਸਤ ਹੋ ਜਾਂਦੇ ਸਨ। ਪਰਮਾਤਮਾ ਖੁਸ਼ ਹੋ ਜਾਂਦਾ ਸੀ।
ਭਗਤ ਨੂੰ ਮਸਤ ਹੋਏ ਨੂੰ ਦੇਖ ਕੇ ਭਗਵਾਨ ਪ੍ਰਸੰਨ ਹੋ ਜਾਂਦੇ ਸਨ। ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਮੂਰਤੀ ਦੇ ਗਲੇ ਵਿੱਚ ਪਾਈ ਹੋਈ ਮਾਲਾ ਆਪਣੇ ਆਪ ਚੱਲ ਕੇ ਸ੍ਰੀ ਨਰਸਿੰਹ ਜੀ ਦੇ ਗਲੇ ਵਿੱਚ ਪੈ ਜਾਂਦੀ ਸੀ। ਇੱਕ ਵਾਰੀ ਦਾ ਪ੍ਰਸੰਗ ਹੈ। ਨਰਸਿੰਹ ਜੀ ਦੇ ਘਰ ਕੁਝ ਸਾਧੂ ਆ ਗਏ। ਸਾਧੂਆਂ ਨੂੰ ਭੋਜਨ ਕਰਾਉਣਾ ਸੀ, ਪਰ ਘਰ ਰਾਸ਼ਨ ਨਹੀਂ ਸੀ। ਸ੍ਰੀ ਨਰਸਿੰਹ ਜੀ ਦੁਕਾਨਦਾਰ ਕੋਲ ਉਧਾਰ ਰਾਸ਼ਨ ਲੈਣ ਗਏ ਤਾਂ ਦੁਕਾਨਦਾਰ ਨੇ ਕਿਹਾ, ਜੇ ਪੈਸੇ ਨਹੀਂ ਹਨ ਤੁਸੀਂ ਆਪਣਾ ਕੇਦਾਰਾ ਰਾਗ ਮੇਰੇ ਕੋਲ ਗਹਿਣੇ ਰੱਖ ਕੇ ਸਾਮਾਨ ਲੈ ਜਾਓ। ਨਰਸਿੰਹ ਜੀ ਮਜਬੂਰ ਸਨ। ਨਰਸਿੰਹ ਜੀ ਕੇਦਾਰਾ ਰਾਗ ਦੁਕਾਨਦਾਰ ਕੋਲ ਗਹਿਣੇ ਰੱਖ ਦਿੱਤਾ, ਸਮਾਨ ਲੈ ਆਏ। ਉਹਨਾਂ ਨੇ ਮੁੜ ਕੇਦਾਰਾ ਰਾਗ ਨਹੀਂ ਗਾਇਆ, ਸੰਤਾਂ ਨੂੰ ਭੋਜਨ ਕਰਾਇਆ। ਇੱਕ ਦਿਨ ਕਿਸੇ ਚੁਗਲਖੋਰ ਨੇ ਰਾਜਾ ਜੀ ਕੋਲ ਚੁਗਲੀ ਕਰ ਦਿੱਤੀ। ਨਰਸਿੰਹ ਭਗਤ ਕੇਦਾਰਾ ਰਾਗ ਗਾਉਂਦਾ ਹੈ। ਭਗਵਾਨ ਜੀ ਦੀ ਮਾਲਾ ਆਪਣੇ ਆਪ ਉਤਰ ਕੇ ਨਰਸਿੰਹ ਜੀ ਦੇ ਗਲ ਵਿੱਚ ਪੈ ਜਾਂਦੀ ਹੈ। ਦੇਖਣਾ ਚਾਹੀਦਾ ਹੈ ਕਿ ਇਹ ਸੱਚ ਹੈ। ਰਾਜਾ ਨਰਸਿੰਹ ਜੀ ਕੋਲ ਆ ਗਿਆ। ਨਾਲ ਹੋਰ ਦੇਖਣ ਲਈ ਸਾਰਾ ਸ਼ਹਿਰ ਆ ਗਿਆ। ਉਧਰ ਭਗਵਾਨ ਜੀ ਹੋਰ ਰੂਪ ਧਾਰਨ ਕਰਕੇ ਦੁਕਾਨਦਾਰ ਨੂੰ ਪੈਸੇ ਦੇ ਕੇ ਕੇਦਾਰਾ ਰਾਗ ਛੁਡਾ ਲਿਆਏ ਤੇ ਨਰਸਿੰਹ ਜੀ ਨੂੰ ਦੱਸ ਦਿੱਤਾ ਕਿ ਤੇਰਾ ਕੇਦਾਰਾ ਰਾਗ ਅਸੀਂ ਛੁਡਵਾ ਦਿੱਤਾ ਹੈ। ਫਿਰ ਸ੍ਰੀ ਨਰਸਿੰਹ ਜੀ ਨੇ ਕੇਦਾਰਾ ਰਾਗ ਗਾਇਆ। ਭਗਵਾਨ ਜੀ ਦੇ ਗਲੇ ਵਿੱਚੋਂ ਮਾਲਾ ਉਤਰੀ ਤੇ ਸ੍ਰੀ ਨਰਸਿੰਹ ਜੀ ਦੇ ਗਲੇ ਵਿੱਚ ਪੈ ਗਈ। ਇਹ ਕੌਤਕ ਸਾਰੇ ਨਗਰ ਨਿਵਾਸੀਆਂ ਨੇ ਅੱਖੀ ਦੇਖਿਆ। ਸ੍ਰੀ ਭਗਵਾਨ ਜੀ ਨੇ ਭਗਤ ਦੀ ਪੈਜ ਰੱਖੀ, ਆਪਣੇ ਪਿਆਰੇ ਨੂੰ ਚੌਕੁੰਟ ਵਿੱਚ ਪ੍ਰਗਟ ਕਰ ਦਿੱਤਾ। ਸਾਧ ਸੰਗਤ ਜੀ, ਇਹ ਮਾਲਕ ਦੇ ਨਾਮ ਦੀ ਵਡਿਆਈ ਹੈ। ਜੋ ਉਸ ਨੂੰ ਪ੍ਰੇਮ ਪ੍ਰੀਤ ਨਾਲ ਗਾਉਂਦਾ ਹੈ, ਫਿਰ ਉਹ ਪ੍ਰੀਤਮ ਆਪਣੇ ਪਿਆਰੇ ਨੂੰ ਪ੍ਰਗਟ ਕਰ ਦਿੰਦਾ ਹੈ। ਭਗਤ ਦੀ ਵਡਿਆਈ ਤਾਂ ਹੁੰਦੀ ਹੀ ਹੈ, ਰੱਬ ਦੀ ਆਪਣੀ ਬਹੁਤ ਵਡਿਆਈ ਹੋ ਜਾਂਦੀ ਹੈ। ਜੇ ਭਗਤ ਉਹਨੂੰ ਯਾਦ ਕਰਦੇ ਹਨ ਤਾਂ ਉਹਦੀ ਕਿਰਪਾ ਦੁਆਰਾ ਭਗਤ ਭਗਵਾਨ ਨੂੰ ਪ੍ਰਗਟ ਕਰ ਦਿੰਦਾ ਹੈ। ਇਹ ਭਗਤ ਦੀ ਵਡਿਆਈ ਹੈ। ਸਾਡਾ ਮਾਲਕ ਨਿਰੰਕਾਰ ਐਸਾ ਹੈ, ਉਹ ਆਪਣੇ ਜਪਣ ਵਾਲੇ ਨੂੰ ਜਗ ਜ਼ਾਹਰ ਕਰ ਦਿੰਦਾ ਹੈ। ਬਾਣੀ ਵਿੱਚ ਗੁਰੂ ਸਾਹਿਬ ਕਹਿੰਦੇ ਹਨ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਪਿਆਰੀ ਸਾਧ ਸੰਗਤ ਜੀ, ਬੇਨਤੀ ਹੈ ਕਿ ਉਹ ਸੱਚੇ ਪਰਮਾਤਮਾ ਦੀ ਭਗਤੀ ਕਰਨ ਦੀ ਕਿੱਡੀ ਵਡਿਆਈ ਹੈ, ਇਹਨਾਂ ਕਥਾਵਾਂ ਤੋਂ ਪਤਾ ਲੱਗਦਾ ਹੈ। ਇਹ ਕਥਾਵਾਂ ਦਾਸ ਵੱਲੋਂ ਥੋੜੇ ਅੱਖਰਾਂ ਵਿੱਚ ਲਿਖਣ ਦਾ ਉਪਰਾਲਾ ਕੀਤਾ ਗਿਆ ਹੈ, ਕਿਉਂਕਿ ਗ੍ਰੰਥ ਜ਼ਿਆਦਾ ਬੜਾ ਨਾ ਹੋ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਾਮ ਦੀ ਵਡਿਆਈ ਕਰਨ ਲੱਗੇ ਗੁਰੂ ਸਾਹਿਬਾਂ ਨੇ ਕਿਹਾ ਹੈ, ਸਾਚੇ ਨਾਮ ਦੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਗੁਰੂ ਸਾਹਿਬ ਨੇ ਕਿਹਾ ਕਿ ਇੰਨੀ ਨਾਮ ਦੀ ਵਡਿਆਈ ਹੈ, ਜੇ ਨਾਮ ਦਾ ਕਿਨਕਾ ਵੀ ਹੋਵੇ ਉਸ ਦੀ ਕੀਮਤ ਨਹੀਂ ਕਹੀ ਜਾ ਸਕਦੀ। ਇਸੇ ਕਰਕੇ ਗੁਰੂ ਜੀ ਨੇ ਕਿਹਾ ਹੈ, ਇੱਕ ਤਿਲ ਮਾਤਰ ਨਾਮ ਹੋਵੇ ਉਸ ਦੀ ਇਸ ਸੰਸਾਰ ਤੇ ਕੋਈ ਕੀਮਤ ਨਹੀਂ ਪਾ ਸਕਦਾ। ਗੁਰੂ ਜੀ ਸੁਖਮਨੀ ਸਾਹਿਬ ਵਿੱਚ ਲਿਖਦੇ ਹਨ, ਕਿਨਕਾ ਏਕ ਜਿਸ ਜੀਅ ਬਸਾਵੇ, ਤਾਂ ਕਿ ਮਹਿਮਾ ਗਨੀ ਨਾ ਆਵੇ। ਸਿਰਫ ਇੱਕ ਕਿਨਕਾ ਨਾਮ ਦਾ ਹੋਵੇ, ਇੱਕ ਤਿਲ ਜਿਤਨਾ ਨਾਮ ਕਿਹਾ ਹੈ, ਇਹਦੀ ਮਹਿਮਾ ਕਹੀ ਨਹੀਂ ਜਾ ਸਕਦੀ। ਸਾਧ ਸੰਗਤ ਜੀ, ਦੇਖੇ ਰਾਜਾ ਜਨਕ ਜੀ ਦੀ ਨਾਮ ਦੀ ਕਮਾਈ। ਇੱਕ ਕੜੀ ਨਾਮ ਸਿਮਰਨ ਦਾ ਫਲ ਦੇ ਕੇ ਸਾਰੇ ਨਰਕਾਂ ਦੇ ਜੀਵ ਨਰਕ ਵਿੱਚੋਂ ਕਢਵਾ ਦਿੱਤੇ, ਨਰਕ ਖਾਲੀ ਕਰ ਦਿੱਤੇ। ਕਥਾ ਤਾਂ ਬਹੁਤ ਬੜੀ ਹੈ, ਬਸ ਥੋੜੀ ਹੀ ਲਿਖ ਰਿਹਾ ਹਾਂ। ਰਾਜਾ ਜਨਕ ਜੀ ਜਦੋਂ ਇਸ ਮਿਰਤ ਲੋਕ ਵਿੱਚੋਂ ਜਾ ਰਹੇ ਸਨ
ਤਾਂ ਰਸਤੇ ਵਿੱਚ ਨਰਕ ਆ ਗਏ। ਨਰਕਾਂ ਵਿੱਚ ਪਾਪੀ ਕੁਰਲਾ ਰਹੇ ਸਨ। ਰਾਜਾ ਜਨਕ ਜੀ ਦੇ ਜਾਣ ਨਾਲ ਉਹਨਾਂ ਨੂੰ ਸ਼ਾਂਤੀ ਮਿਲ ਗਈ। ਰਾਜਾ ਜਨਕ ਜੀ ਉੱਥੇ ਹੀ ਰੁਕ ਗਏ ਤੇ ਕਹਿਣ ਲੱਗੇ, ਮੈਂ ਵੀ ਇੱਥੇ ਹੀ ਰਹੂੰਗਾ, ਮੇਰੇ ਕਰਕੇ ਇਹਨਾਂ ਨੂੰ ਸ਼ਾਂਤੀ ਮਿਲੀ ਹੈ। ਜਿਹੜੇ ਗਣ ਰਾਜਾ ਜਨਕ ਜੀ ਨੂੰ ਲੈਣ ਆਏ ਸਨ, ਉਹਨਾਂ ਨੇ ਜਾ ਕੇ ਧਰਮਰਾਜ ਜੀ ਨੂੰ ਦੱਸਿਆ। ਧਰਮਰਾਜ ਜੀ ਆ ਗਏ। ਉਹਨਾਂ ਨੇ ਵੀ ਬੇਨਤੀ ਕੀਤੀ। ਰਾਜਾ ਜਨਕ ਜੀ ਨੇ ਨਾ ਕਰ ਦਿੱਤੀ। ਫਿਰ ਦੇਵਤੇ ਇਕੱਠੇ ਹੋ ਗਏ। ਸਭ ਨੇ ਬੇਨਤੀ ਕੀਤੀ ਤਾਂ ਰਾਜਾ ਜਨਕ ਜੀ ਨੇ ਕਿਹਾ, ਜੇ ਸਾਨੂੰ ਲੈ ਕੇ ਜਾਣਾ ਹੈ ਤਾਂ ਨਰਕਾਂ ਦੇ ਸਾਰੇ ਜੀਵ ਮੇਰੇ ਨਾਲ ਜਾਣਗੇ। ਧਰਮਰਾਜ ਨੇ ਕਿਹਾ, ਇਹ ਸਾਰੇ ਤਾਂ ਜਾ ਸਕਦੇ ਹਨ ਜੇ ਤੁਸੀਂ ਆਪਣੀ ਨਾਮ ਦੀ ਕਮਾਈ ਦੇਵੋਗੇ। ਨਾਮ ਦੀ ਕਮਾਈ ਬਦਲੇ ਜਿੰਨੇ ਜੀਵ ਤੁਸੀਂ ਲਿਜਾ ਸਕਦੇ ਹੋ ਲੈ ਜਾਵੋ। ਇਤਿਹਾਸ ਵਿੱਚ ਲਿਖਿਆ ਹੈ ਕਿ ਰਾਜਾ ਜਨਕ ਜੀ ਨੇ ਪਹਿਲਾਂ ਇੱਕ ਘੜੀ ਦਾ ਸਿਮਰਨ ਤੱਕੜੀ ਦੇ ਨਾਲ ਦੇ ਇੱਕ ਛਾਬੇ ਵਿੱਚ ਰੱਖਿਆ। ਦੂਜੇ ਛਾਬੇ ਵਿੱਚ ਨਰਕਾਂ ਦੇ ਜੀਵ ਰੱਖਣੇ ਸ਼ੁਰੂ ਕਰ ਕੀਤੇ। ਇਤਿਹਾਸ ਵਿੱਚ ਲਿਖਿਆ ਹੈ, ਸਾਰੇ ਨਰਕ ਖਾਲੀ ਹੋ ਗਏ। ਫਿਰ ਵੀ ਇੱਕ ਘੜੀ ਦਾ ਸਿਮਰਨ ਭਾਰੀ ਰਿਹਾ। ਗੁਰੂ ਜੀ ਨੇ ਇੱਕੋ ਤੁਕ ਅੰਦਰ ਜਨਕ ਜੀ ਦਾ ਪ੍ਰਮਾਣ ਦਿੱਤਾ ਹੈ ਆਪਣੀ ਬਾਣੀ ਅੰਦਰ। ਸਾਧ ਸੰਗਤ ਜੀ, ਤੁਕ ਸਰਵਣ ਕਰੋ ਜੀ। ਧੰਨ ਧੰਨ ਰਾਜਾ ਜਨਕ ਹੈ, जिन सिमरन किया विवेक, एक कड़ी के सिमरते पापी तरे अनेक। प्यारियो, नाम दी इन्नी महिमा है, इसी करके वार वार श्री गुरु ग्रंथ साहिब जी अंदर नाम दी महिमा लिखी है। साहिब कहंदे हन, नाम तुल का छावर ना होए, नानक गुरमुख नाम पावे जन कोय। इस करके बाबा जी दा उपदेश केवल नाम इस छोटे ग्रंथ विच हर कथा राही मुड़ मुड़ के नाम नाल जोड़िया गया है, क्योंकि इस दे तुल कुछ है ही नहीं। सारे ग्रंथ अंदर नाम दी ही महिमा दा गायन कीता है। हर कथा कहानी या गुरबाणी दियां तुकां दा हवाला दे के संगत नूं अनमोल रतन नाम दी प्रेरणा कीती है। बोलो जी वाहेगुरु। नानक चिंता मत करो, चिंता तिस ही है। नानक चिंता मत करो, चिंता तिस ही है। चिंता तिस ही है, ही है। चिंता तिस ही है, चिंता तिस ही है। नानक चिंता मत करो, चिंता तिस ही है। नानक चिंता मत करो, चिंता तिस ही